ਹੈਲੋ ਫਰੈਂਡਸ, ਕੀ ਹਾਲ ਹੈ ਤੁਹਾਡਾ। ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਨੌਕਰਾਣੀ ਦਾ ਕਾਰਨਾਮਾ। ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ। ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਕਿ ਨੌਕਰਾਣੀ ਵਾਰ-ਵਾਰ ਮੇਰੇ ਕੋਲ ਆਉਂਦੀ ਸੀ ਤੇ ਕੁਝ ਕਹੇ ਬਗੈਰ ਹੀ ਵਾਪਸ ਚਲੀ ਜਾਂਦੀ ਸੀ। ਸ਼ਾਇਦ ਉਹ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਸੀ। ਜਦੋਂ ਮੈਂ ਉਹਨੂੰ 3-4 ਵਾਰ ਇਹੀ ਕਰਦੇ ਦੇਖਿਆ ਤਾਂ ਇੱਕ ਦਿਨ ਮੈਂ ਉਸ ਤੋਂ ਪੁੱਛ ਹੀ ਲਿਆ, ਲక్ష్ਮੀ, ਕੀ ਸਾਰਾ ਕੁਝ ਠੀਕ ਤਾਂ ਹੈ? ਕੀ ਤੂੰ ਮੈਨੂੰ ਕੋਈ ਗੱਲ ਦੱਸਣਾ ਚਾਹੁੰਦੀ ਹੈ? ਮੈਨੂੰ ਲੱਗਦਾ ਸੀ ਸ਼ਾਇਦ ਉਸਨੂੰ ਪੈਸਿਆਂ ਦੀ ਜ਼ਰੂਰਤ ਹੋਵੇਗੀ, ਕਿਉਂਕਿ ਅਕਸਰ ਗਰੀਬ ਲੋਕਾਂ ਨੂੰ ਇਹੀ ਸਮੱਸਿਆ ਰਹਿੰਦੀ ਹੈ। ਇਸ ਲਈ ਉਸਨੂੰ ਪੁੱਛ ਹੀ ਲਿਆ ਕਿ ਪੈਸਿਆਂ ਦੀ ਜ਼ਰੂਰਤ ਤਾਂ ਨਹੀਂ। ਤਾਂ ਅੱਗੋਂ ਲక్ష్ਮੀ ਕਹਿਣ ਲੱਗੀ, ਨਹੀਂ ਨਹੀਂ ਮੈਡਮ ਜੀ, ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ, ਬਲਕਿ ਮੈਂ ਤਾਂ ਤੁਹਾਡੇ ਨਾਲ ਕੋਈ ਹੋਰ ਗੱਲ ਕਰਨਾ ਚਾਹੁੰਦੀ ਹਾਂ। ਮੈਨੂੰ ਉਸਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ। ਮੈਂ ਉਸਨੂੰ ਕਿਹਾ, ਲక్ష్ਮੀ, ਜਲਦੀ ਦੱਸ, ਮੈਂ ਹਸਪੀਟਲ ਜਾਣਾ ਹੈ ਤੇ ਮੈਨੂੰ ਦੇਰ ਹੋ ਰਹੀ ਹੈ। ਤਾਂ ਲక్ష్ਮੀ ਕਹਿਣ ਲੱਗੀ, ਮੈਂ ਬਸ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਨਾਈਟ ਸ਼ਿਫਟ ਨਾ ਕਰਿਆ ਕਰੋ। ਮੈਂ ਹੈਰਾਨ ਹੋ ਕੇ ਅਤੇ ਥੋੜਾ ਗੁੱਸੇ ਨਾਲ ਉਸ ਵੱਲ ਦੇਖਿਆ ਕਿ ਉਸਦਾ ਇਹ ਗੱਲ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਨਾਈਟ ਡਿਊਟੀ ਨਾ ਕਰਿਆ ਕਰਾਂ। ਆਖਿਰ ਉਹ ਹੁੰਦੀ ਕੌਣ ਹੈ ਮੈਨੂੰ ਇਹ ਸਲਾਹ ਦੇਣ ਵਾਲੀ? ਮੈਂ ਗੁੱਸੇ ਵਿੱਚ ਦੇਖ ਕੇ ਤੇ ਬਗੈਰ ਕੁਝ ਕਹੇ ਉੱਥੋਂ ਜਲਦੀ ਨਾਲ ਚਲੀ ਗਈ ਸੀ। ਮੈਂ ਸੋਚਿਆ ਕਿ ਸ਼ਾਇਦ ਮੇਰੇ ਜਾਣ ਬਾਅਦ ਉਸ ਨੂੰ ਘਰ ਵਿੱਚ ਜ਼ਿਆਦਾ ਕੰਮ ਕਰਨਾ ਪੈਂਦਾ ਹੋਵੇਗਾ, ਇਸੇ ਲਈ ਉਹ ਇਸ ਤਰ੍ਹਾਂ ਕਹਿ ਰਹੀ ਹੈ। ਮੈਨੂੰ ਵੈਸੇ ਵੀ ਕਾਫੀ ਦਿਨਾਂ ਤੋਂ ਉਸ ਦਾ ਵਿਵਹਾਰ ਕੁਝ ਬਦਲਿਆ ਲੱਗ ਰਿਹਾ ਸੀ। ਇਸ ਲਈ ਮੈਂ ਸੋਚਿਆ ਕਿ ਮੈਨੂੰ ਉਸ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਆਖਿਰ ਪਤਾ ਤਾਂ ਲੱਗਣਾ ਚਾਹੀਦਾ ਹੈ ਕਿ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਖੈਰ, ਉਸ ਦਿਨ ਮੈਂ ਹਸਪਤਾਲ ਚਲੀ ਗਈ ਸੀ। ਵੈਸੇ ਤਾਂ ਮੈਂ ਦਿਨ ਦੀ ਹੀ ਡਿਊਟੀ ਕਰਦੀ ਹੁੰਦੀ ਸੀ, ਪਰ ਪਿਛਲੇ 2 ਸਾਲਾਂ ਤੋਂ ਮੈਂ ਨਾਈਟ ਸ਼ਿਫਟ ਕਰ ਰਹੀ ਸੀ ਅਤੇ ਮੈਨੂੰ ਇਸ ਵਿੱਚ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਹੁਣ ਮੇਰੇ ਬੱਚੇ ਵੱਡੇ ਹੋ ਗਏ ਸਨ ਅਤੇ ਵੈਸੇ ਵੀ ਮੈਂ ਲక్ష్ਮੀ ਨੂੰ ਫੁੱਲ ਟਾਈਮ ਲਈ ਰੱਖਿਆ ਹੋਇਆ ਸੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਸਾਡੇ ਘਰ ਵਿੱਚ ਹੀ ਰਹਿੰਦੀ ਸੀ ਅਤੇ ਸ਼ਾਮ ਨੂੰ ਮੇਰਾ ਪਤੀ ਵੀ ਘਰ ਆ ਜਾਂਦਾ ਸੀ, ਇਸ ਲਈ ਮੈਨੂੰ ਕੋਈ ਚਿੰਤਾ ਨਹੀਂ ਰਹਿੰਦੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਲక్ష్ਮੀ ਬਾਰੇ ਮੇਰੇ ਮਨ ਵਿੱਚ ਅਜੀਬ ਖਿਆਲ ਆਉਣ ਲੱਗ ਪਏ ਸਨ ਕਿ ਕਿਤੇ ਉਹ ਮੇਰੀ ਪਿੱਠ ਪਿੱਛੇ ਕੁਝ ਗਲਤ ਤਾਂ ਨਹੀਂ ਕਰ ਰਹੀ। ਅਕਸਰ ਮੈਂ ਆਪਣੀਆਂ ਸਹੇਲੀਆਂ ਤੋਂ ਗੱਲਾਂ ਸੁਣਦੀ ਸੀ ਕਿ ਮੇਰੀ ਤਰ੍ਹਾਂ ਹੀ ਕੋਈ ਔਰਤ ਆਪਣਾ ਘਰ ਨੌਕਰਾਨੀ ਦੇ ਹਵਾਲੇ ਛੱਡ ਕੇ ਨੌਕਰੀ ਕਰਦੀ ਸੀ ਤਾਂ ਉਸਦੇ ਪਤੀ ਨੇ ਨੌਕਰਾਨੀ ਨਾਲ ਚੱਕਰ ਚਲਾ ਲਿਆ ਸੀ ਅਤੇ ਉਸ ਨਾਲ ਵਿਆਹ ਵੀ ਕਰ ਲਿਆ ਸੀ। ਜਦੋਂ ਤੋਂ ਮੈਂ ਇਹ ਗੱਲ ਸੁਣੀ ਸੀ ਤਾਂ ਮੈਨੂੰ ਤਾਂ ਕਿਸੇ ਵੀ ਪਲ ਚੈਨ ਨਹੀਂ ਆ ਰਿਹਾ ਸੀ। ਇੱਕ ਪਾਸੇ ਮੈਨੂੰ ਆਪਣੇ ਪਤੀ ਤੇ ਪੂਰਾ ਵਿਸ਼ਵਾਸ ਸੀ ਕਿ ਮੇਰਾ ਪਤੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦਾ ਅਤੇ ਮੈਨੂੰ ਆਪਣੀ ਨੌਕਰਾਨੀ ਉੱਤੇ ਵੀ ਵਿਸ਼ਵਾਸ ਸੀ, ਕਿਉਂਕਿ ਉਹ ਬਹੁਤ ਹੀ ਸ਼ਰੀਫ ਔਰਤ ਸੀ। ਪਰ ਫਿਰ ਮੈਂ ਸੋਚਿਆ ਕਿ ਕਿਸੇ ਦੇ ਦਿਲ ਨੂੰ ਬਦਲਣ ਵਿੱਚ ਭਲਾ ਕਿੰਨਾ ਕੁ ਸਮਾਂ ਲੱਗਦਾ ਹੈ। ਮੈਂ ਆਪਣੇ ਪਤੀ ਅਤੇ ਨੌਕਰਾਨੀ ਤੇ ਨਜ਼ਰ ਰੱਖਣ ਦਾ ਫੈਸਲਾ ਕਰ ਲਿਆ। ਮੈਂ ਸਵੇਰੇ ਦੇਰ ਤੱਕ ਸੌਂਦੀ ਰਹਿੰਦੀ ਸੀ, ਇਸ ਲਈ ਮੇਰਾ ਪਤੀ ਲక్ష్ਮੀ ਦੇ ਹੱਥ ਦਾ ਹੀ ਨਾਸ਼ਤਾ ਕਰਕੇ ਚਲਾ ਜਾਂਦਾ ਸੀ। ਮੈਂ ਸੋਚਿਆ ਕਿ ਮੈਨੂੰ ਖੁਦ ਉੱਠ ਕੇ ਉਸ ਨੂੰ ਨਾਸ਼ਤਾ ਬਣਾ ਕੇ ਦੇਣਾ ਚਾਹੀਦਾ ਹੈ, ਪਰ ਸਾਰੀ ਰਾਤ ਡਿਊਟੀ ਕਰਨ ਬਾਅਦ ਮੈਂ ਇੰਨੀ ਥੱਕ ਜਾਂਦੀ ਸੀ ਕਿ ਜਦੋਂ ਮੈਂ ਸਵੇਰੇ 6 ਵਜੇ ਤੱਕ ਘਰ ਵਾਪਸ ਆਉਂਦੀ ਤਾਂ ਗਹਿਰੀ ਨੀਂਦ ਵਿੱਚ ਸੌਂ ਜਾਂਦੀ ਸੀ ਅਤੇ ਫਿਰ ਉੱਠਣ ਦਾ ਮਨ ਹੀ ਨਹੀਂ ਕਰਦਾ ਸੀ। 6 ਵਜੇ ਦੀ ਸੁੱਤੀ ਹੋਈ ਮੈਂ ਦੁਪਹਿਰੇ 2 ਵਜੇ ਤੱਕ ਹੀ ਉੱਠਦੀ ਸੀ। ਲੰਚ ਕਰਨ ਤੋਂ ਬਾਅਦ ਮੈਂ ਆਪਣੇ ਪ੍ਰਾਈਵੇਟ ਕਲੀਨਿਕ ਵਿੱਚ ਬੈਠ ਜਾਂਦੀ ਸੀ। ਹਸਪਤਾਲ ਦੀ ਨੌਕਰੀ ਤੋਂ ਇਲਾਵਾ ਮੈਂ ਇੱਕ ਪ੍ਰਾਈਵੇਟ ਕਲੀਨਿਕ ਵੀ ਬਣਾ ਰੱਖਿਆ ਸੀ, ਜਿਸ ਵਿੱਚ ਮੈਂ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਦੀ ਸੀ। ਕਲੀਨਿਕ ਤੋਂ ਆਉਣ ਦੇ ਬਾਅਦ ਸ਼ਾਮ ਦੀ ਚਾਹ ਪੀ ਕੇ ਮੈਂ ਹਸਪਤਾਲ ਚਲੀ ਜਾਂਦੀ ਸੀ। ਕਦੇ-ਕਦੇ ਮੇਰੇ ਪਤੀ ਮੈਨੂੰ ਸ਼ਿਕਾਇਤ ਵੀ ਕਰਦੇ ਸਨ ਕਿ ਤੂੰ ਤਾਂ ਆਪਣੀ ਜ਼ਿੰਦਗੀ ਨੂੰ ਇੰਨਾ ਬਿਜ਼ੀ ਕਰ ਲਿਆ ਹੈ ਕਿ ਮੇਰੇ ਲਈ ਵੀ ਟਾਈਮ ਨਹੀਂ ਹੈ। ਆਖਿਰ ਮੈਨੂੰ ਤੇਰੀ ਜ਼ਰੂਰਤ ਮਹਿਸੂਸ ਹੁੰਦੀ ਹੈ। ਪਰ ਮੇਰੇ ਪਤੀ ਬਹੁਤ ਚੰਗੇ ਸਨ। ਮੈਂ ਉਹਨਾਂ ਨੂੰ ਬਹੁਤ ਜਲਦੀ ਮਨਾ ਲੈਂਦੀ ਸੀ ਅਤੇ ਉਹ ਵੀ ਮੇਰੀ ਗੱਲ ਨੂੰ ਸਮਝ ਜਾਂਦੇ ਸਨ। ਜ਼ਿੰਦਗੀ ਦਾ ਇਹੀ ਰੁਟੀਨ ਚੱਲ ਰਿਹਾ ਸੀ। ਕਈ ਦਿਨ ਇਸੇ ਤਰ੍ਹਾਂ ਸਕੂਨ ਨਾਲ ਲੰਘ ਗਏ। ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਜ਼ਰ ਨਾ ਆਈ ਤਾਂ ਮੈਂ ਕੁਝ ਰਾਹਤ ਮਹਿਸੂਸ ਕੀਤੀ। ਪਰ ਲక్ష్ਮੀ ਇੱਕ ਦਿਨ ਫਿਰ ਮੇਰੇ ਕੋਲ ਆਈ ਤੇ ਕਹਿਣ ਲੱਗੀ, ਮੈਡਮ ਜੀ, ਜੇਕਰ ਤੁਸੀਂ ਮੇਰੀ ਗੱਲ ਮੰਨੋ ਤਾਂ ਤੁਸੀਂ ਆਪਣੀ ਡਿਊਟੀ ਦਿਨ ਦੇ ਸਮੇਂ ਵਿੱਚ ਕਰਵਾ ਲਓ। ਤੁਹਾਡੇ ਜਾਣ ਦੇ ਬਾਅਦ ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈਂਦੀ ਹੈ। ਇਸ ਵਾਰ ਉਹ ਬਹੁਤ ਗੁੱਸੇ ਵਿੱਚ ਕਹਿ ਰਹੀ ਸੀ ਅਤੇ ਆਪਣੀ ਗੱਲ ਖਤਮ ਕਰਕੇ ਉੱਥੋਂ ਜਾ ਚੁੱਕੀ ਸੀ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੇ ਹਿੱਸੇ ਦੀ ਸਜ਼ਾ ਦਾ ਕੀ ਮਤਲਬ ਹੈ। ਕਿਤੇ ਉਹ ਮੇਰੇ ਹਿੱਸੇ ਦਾ ਸਮਾਂ
ਮੇਰੇ ਪਤੀ ਨਾਲ ਤਾਂ ਨਹੀਂ ਗੁਜ਼ਾਰ ਰਹੀ ਸੀ। ਇਹ ਸੋਚਦੇ ਹੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰਾ ਵਿਸ਼ਵਾਸ ਸੀ ਕਿ ਮੇਰੇ ਪਤੀ ਨਾਲ ਉਸਦਾ ਕੋਈ ਚੱਕਰ ਚੱਲ ਰਿਹਾ ਹੈ, ਪਰ ਫਿਰ ਮੈਂ ਸੋਚਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਬਸ ਐਵੇਂ ਹੀ ਕਹਿ ਰਹੀ ਹੋਵੇਗੀ। ਪਰ ਫਿਰ ਵੀ ਮੈਨੂੰ ਜਾਣਨਾ ਤਾਂ ਚਾਹੀਦਾ ਸੀ ਕਿ ਆਖਿਰ ਉਸਦੀ ਇਸ ਜਿੱਦ ਪਿੱਛੇ ਮਕਸਦ ਕੀ ਸੀ ਕਿ ਮੈਂ ਨਾਈਟ ਸ਼ਿਫਟ ਨਾ ਕਰਾਂ। ਮੈਂ ਇੱਕ ਡਾਕਟਰ ਸੀ ਅਤੇ ਮੈਂ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕੀਤਾ ਸੀ ਅਤੇ ਕਦੇ ਕੋਈ ਐਕਸਟਰਾ ਫੇਅਰ ਜਾਂ ਕਿਸੇ ਦਾ ਕੋਈ ਅਹਿਸਾਨ ਨਹੀਂ ਲਿਆ ਸੀ। ਹਸਪਤਾਲ ਵਾਲੇ ਜੋ ਵੀ ਡਿਊਟੀ ਲਗਾਉਂਦੇ ਸੀ, ਮੈਂ ਖੁਸ਼ੀ ਨਾਲ ਉਹਨੂੰ ਸਵੀਕਾਰ ਕਰ ਲੈਂਦੀ ਸੀ ਅਤੇ ਪੂਰੀ ਲਗਨ ਨਾਲ ਉਸ ਡਿਊਟੀ ਨੂੰ ਨਿਭਾਉਂਦੀ ਵੀ ਸੀ। ਹੁਣ ਵੀ ਮੈਂ ਨਾਈਟ ਸ਼ਿਫਟ ਲਈ ਗੱਲ ਕਰ ਰੱਖੀ ਸੀ ਕਿ ਮੈਨੂੰ ਨਾਈਟ ਡਿਊਟੀ ਵਿੱਚ ਕੋਈ ਦਿੱਕਤ ਨਹੀਂ ਹੈ, ਇਸ ਲਈ ਹੁਣ ਮੈਂ ਅਚਾਨਕ ਇਹ ਡਿਊਟੀ ਛੱਡ ਨਹੀਂ ਸਕਦੀ ਸੀ। ਪੂਰੇ ਸਟਾਫ ਨੂੰ ਮੇਰੇ ਉੱਪਰ ਬਹੁਤ ਜ਼ਿਆਦਾ ਭਰੋਸਾ ਸੀ, ਪਰ ਮੈਂ ਇਸ ਤਰ੍ਹਾਂ ਆਪਣੇ ਘਰ ਨੂੰ ਤੋੜਨਾ ਵੀ ਨਹੀਂ ਚਾਹੁੰਦੀ ਸੀ। ਮੈਂ ਸੋਚਿਆ ਕਿ ਕੁਝ ਨਾ ਕੁਝ ਤਾਂ ਕਰਨਾ ਹੀ ਹੋਵੇਗਾ। ਲక్ష్ਮੀ ਮੇਰੇ ਘਰ ਪਿਛਲੇ 1 ਸਾਲ ਤੋਂ ਨੌਕਰੀ ਕਰ ਰਹੀ ਸੀ ਅਤੇ ਇਸ ਅਰਸੇ ਦੌਰਾਨ ਮੈਨੂੰ ਉਸ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਸੀ। ਉਹ ਇੱਕ ਵਿਧਵਾ ਔਰਤ ਸੀ ਜਿਸ ਦੇ 2 ਬੱਚੇ ਸਨ, ਜਿਨ੍ਹਾਂ ਨੂੰ ਪਾਲਣ ਦੀ ਖਾਤਰ ਉਹ ਮੇਰੇ ਘਰ ਵਿੱਚ ਨੌਕਰੀ ਕਰਦੀ ਸੀ। ਮੈਂ ਉਹਨੂੰ ਨੌਕਰੀ ਤੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੈਨੂੰ 24 ਘੰਟੇ ਲਈ ਇੱਥੇ ਹੀ ਰਹਿਣਾ ਹੋਵੇਗਾ। ਉਸਨੂੰ ਆਪਣੇ ਬੱਚਿਆਂ ਦੀ ਟੈਨਸ਼ਨ ਨਹੀਂ ਸੀ। ਉਸਦੇ ਬੱਚੇ ਉਸਦੇ ਮਾਂ-ਬਾਪ ਨਾਲ ਪਿੰਡ ਵਿੱਚ ਰਹਿੰਦੇ ਸਨ। ਉਹ ਇਕੱਲੀ ਸਾਡੇ ਘਰ ਵਿੱਚ ਰਹਿੰਦੀ ਸੀ। ਜੋ ਵੀ ਤਨਖਾਹ ਮਿਲਦੀ ਸੀ ਉਹ ਪਿੰਡ ਆਪਣੇ ਬੱਚਿਆਂ ਦੀ ਦੇਖਭਾਲ ਲਈ ਭੇਜ ਦਿੰਦੀ ਸੀ। ਹਾਲਾਂਕਿ ਮੈਂ ਕਈ ਵਾਰ ਉਸਨੂੰ ਕਿਹਾ ਸੀ ਕਿ ਜੇਕਰ ਤੂੰ ਚਾਹਵੇਂ ਤਾਂ ਆਪਣੇ ਬੱਚਿਆਂ ਨੂੰ ਵੀ ਇੱਥੇ ਬੁਲਾ ਸਕਦੀ ਹੈ। ਜਿੱਥੇ ਤੂੰ ਰਹਿੰਦੀ ਹੈ ਉੱਥੇ ਤੇਰੇ ਬੱਚੇ ਵੀ ਰਹਿ ਲੈਣਗੇ। ਪਰ ਨਾ ਜਾਣੇ ਕੀ ਗੱਲ ਸੀ ਕਿ ਉਹ ਮਨਾ ਕਰ ਦਿੰਦੀ ਸੀ। ਉਸ ਨਾਲ ਬਹੁਤ ਚੰਗਾ ਸਮਾਂ ਗੁਜ਼ਰ ਰਿਹਾ ਸੀ। ਅੱਜ ਤੱਕ ਉਸਨੇ ਕਦੇ ਵੀ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ ਸੀ, ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਹੀ ਸੀ ਕਿ ਉਸਦਾ ਵਿਵਹਾਰ ਅਜੀਬ ਜਿਹਾ ਹੋ ਗਿਆ ਸੀ। ਉਹ ਬਸ ਹਰ ਵਕਤ ਮੈਨੂੰ ਇੱਕ ਹੀ ਗੱਲ ਕਹਿੰਦੀ ਰਹਿੰਦੀ ਸੀ ਕਿ ਮੈਡਮ ਜੀ, ਆਪਣੀ ਡਿਊਟੀ ਦਿਨ ਦੇ ਸਮੇਂ ਕਰਵਾ ਲਓ, ਰਾਤ ਨੂੰ ਘਰ ਰਿਹਾ ਕਰੋ। ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ, ਆਖਿਰ ਰਾਤ ਨੂੰ ਇਸ ਤਰ੍ਹਾਂ ਦਾ ਘਰ ਵਿੱਚ ਕੀ ਹੋ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਉਹ ਇੰਨਾ ਘਬਰਾ ਰਹੀ ਸੀ। ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੈਂ ਔਨ ਡਿਊਟੀ ਸੀ ਕਿ ਅਚਾਨਕ ਇੱਕ ਨਰਸ ਮੈਨੂੰ ਆ ਕੇ ਕਹਿਣ ਲੱਗੀ ਕਿ ਕੋਈ ਔਰਤ ਹੈ, ਤੁਹਾਨੂੰ ਮਿਲਣ ਆਈ ਹੈ। ਮੈਂ ਪੁੱਛਿਆ ਕਿ ਕੋਈ ਮਰੀਜ਼ ਹੈ, ਕਿਉਂਕਿ ਇਸ ਵਕਤ ਮੇਰੀ ਡਿਊਟੀ ਐਮਰਜੈਂਸੀ ਵਿੱਚ ਸੀ। ਤਾਂ ਉਹ ਕਹਿਣ ਲੱਗੀ ਕਿ ਨਹੀਂ, ਉਹ ਤੁਹਾਡੀ ਕੋਈ ਰਿਸ਼ਤੇਦਾਰ ਹੈ। ਮੈਂ ਹੈਰਾਨ ਹੁੰਦੇ ਹੋਏ ਬਾਹਰ ਆਈ ਕਿ ਮੇਰੀ ਕਿਹੜੀ ਰਿਸ਼ਤੇਦਾਰ ਇਸ ਵਕਤ ਮੈਨੂੰ ਮਿਲਣ ਹਸਪਤਾਲ ਆ ਸਕਦੀ ਹੈ। ਮੈਂ ਬਾਹਰ ਗਈ ਤਾਂ ਇੱਕ ਅਣਜਾਣ ਔਰਤ ਸਾਹਮਣੇ ਖੜੀ ਸੀ। ਮੈਂ ਉਸ ਔਰਤ ਨੂੰ ਦੇਖਿਆ ਤਾਂ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਮੈਨੂੰ ਕਿਉਂ ਮਿਲਣਾ ਚਾਹੁੰਦੇ ਹੋ। ਉਹ ਕਹਿਣ ਲੱਗੀ ਕਿ ਤੁਸੀਂ ਹੀ ਡਾਕਟਰ ਪ੍ਰੇਰਨਾ ਹੋ। ਮੈਂ ਕਿਹਾ ਕਿ ਹਾਂਜੀ, ਮੈਂ ਹੀ ਡਾਕਟਰ ਪ੍ਰੇਰਨਾ ਹਾਂ। ਉਸਨੇ ਇੱਕਦਮ ਨਾਲ ਮੋਬਾਈਲ ਦਾ ਕੈਮਰਾ ਕੱਢਿਆ ਤੇ ਮੇਰੀ ਤਸਵੀਰ ਖਿੱਚ ਕੇ ਭੱਜ ਗਈ। ਮੈਨੂੰ ਤਾਂ ਕੁਝ ਸੈਕਿੰਡ ਲਈ ਸਮਝ ਹੀ ਨਹੀਂ ਆਇਆ ਕਿ ਮੇਰੇ ਨਾਲ ਕੀ ਹੋਇਆ ਹੈ, ਅਤੇ ਜਦੋਂ ਤੱਕ ਮੈਂ ਕੁਝ ਸਮਝਦੀ ਉਹ ਮੇਰੇ ਤੋਂ ਦੂਰ ਭੱਜ ਚੁੱਕੀ ਸੀ। ਮੈਂ ਜਲਦੀ ਨਾਲ ਉਸਦੇ ਪਿੱਛੇ ਭੱਜੀ ਤਾਂ ਜੋ ਉਸਨੂੰ ਪੁੱਛ ਸਕਾਂ ਕਿ ਉਸਨੇ ਮੇਰੀ ਫੋਟੋ ਕਿਉਂ ਲਈ ਹੈ ਅਤੇ ਆਖਿਰ ਉਹ ਕੌਣ ਹੈ, ਪਰ ਉਹ ਬਹੁਤ ਤੇਜ਼ੀ ਨਾਲ ਭੱਜ ਗਈ ਸੀ। ਉਹ ਮੇਰੇ ਤੋਂ ਬਹੁਤ ਦੂਰ ਜਾ ਚੁੱਕੀ ਸੀ। ਮੈਂ ਪਰੇਸ਼ਾਨ ਹੁੰਦੀ ਵਾਪਸ ਆ ਗਈ ਅਤੇ ਸੋਚਣ ਲੱਗੀ ਕਿ ਹੇ ਰੱਬਾ, ਇਹ ਮੇਰੇ ਨਾਲ ਕੀ ਚੱਲ ਰਿਹਾ ਹੈ। ਕੌਣ ਸੀ ਉਹ ਔਰਤ ਅਤੇ ਇੱਥੇ ਕੀ ਕਰਨ ਆਈ ਸੀ? ਪਤਾ ਨਹੀਂ ਕਿਉਂ ਮੈਨੂੰ ਬਹੁਤ ਵੱਡੀ ਗੜਬੜ ਦਾ ਅਹਿਸਾਸ ਹੋ ਰਿਹਾ ਸੀ, ਜਿਵੇਂ ਕੁਝ ਬਹੁਤ ਬੁਰਾ ਹੋਣ ਵਾਲਾ ਸੀ। ਮੇਰੀ ਜ਼ਿੰਦਗੀ ਵਿੱਚ ਕੁਝ ਤਾਂ ਗਲਤ ਹੋਣ ਵਾਲਾ ਸੀ। ਮੈਂ ਇਹ ਗੱਲ ਜਾਣਦੀ ਸੀ ਕਿ ਮੈਂ ਆਪਣੇ ਘਰ ਵਾਲਿਆਂ ਅਤੇ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਨਜ਼ਰਅੰਦਾਜ਼ ਕਰ ਰਹੀ ਸੀ, ਕਿਉਂਕਿ ਰਾਤ ਨੂੰ ਡਿਊਟੀ ਬਹੁਤ ਥਕਾ ਦੇਣ ਵਾਲੀ ਹੁੰਦੀ ਹੈ ਅਤੇ ਸਵੇਰੇ ਮੈਂ ਲੇਟ ਉੱਠਦੀ ਹਾਂ। ਉਦੋਂ ਤੱਕ ਮੇਰਾ ਪਤੀ ਆਫਿਸ ਲਈ ਨਿਕਲ ਚੁੱਕਿਆ ਹੁੰਦਾ ਹੈ ਅਤੇ ਜਦੋਂ ਮੈਂ ਰਾਤ ਨੂੰ ਡਿਊਟੀ ਤੇ ਜਾਣਾ ਹੁੰਦਾ ਹੈ, ਉਦੋਂ ਤੱਕ ਮੇਰਾ ਪਤੀ ਵਾਪਸ ਆਫਿਸ ਤੋਂ ਨਹੀਂ ਆਉਂਦਾ। ਅਜੀਬ ਜਿਹੀ ਜ਼ਿੰਦਗੀ ਹੋ ਗਈ ਸੀ। ਕਾਫੀ ਦਿਨਾਂ ਤੋਂ ਮੇਰੇ ਪਤੀ ਨਾਲ ਕੋਈ ਗੱਲਬਾਤ ਵੀ ਨਹੀਂ ਹੋ ਪਾ ਰਹੀ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਮੈਂ ਤੁਰੰਤ ਮੋਬਾਈਲ ਕੱਢਿਆ ਤੇ ਆਪਣੇ ਪਤੀ ਨੂੰ ਕਾਲ ਕਰਨ ਲੱਗੀ। ਮੈਂ ਸੋਚਿਆ ਘੱਟੋ ਘੱਟ ਫੋਨ ਤੇ ਤਾਂ ਗੱਲ ਕਰ ਹੀ ਲਵਾਂ, ਪਰ ਮੇਰਾ ਪਤੀ ਮੇਰਾ ਫੋਨ ਨਹੀਂ ਉਠਾ ਰਿਹਾ ਸੀ। ਫਿਰ ਮੈਂ ਉਸਦੇ ਆਫਿਸ ਦੇ ਨੰਬਰ ਤੇ ਕਾਲ ਕੀਤੀ ਤਾਂ ਉਹਨਾਂ ਦੀ ਸੈਕਟਰੀ ਨੇ ਦੱਸਿਆ ਕਿ ਉਹ ਅੱਜ ਦਫ਼ਤਰ ਨਹੀਂ ਆਏ ਸਨ। ਸੈਕਟਰੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ। ਪਰੇਸ਼ਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਹ ਅੱਜ ਘਰ ਤੋਂ ਦਫ਼ਤਰ ਲਈ ਗਏ ਸਨ। ਫਿਰ ਉਹ ਇਸ ਤਰ੍ਹਾਂ ਕਿੱਥੇ ਜਾ ਸਕਦੇ ਹਨ? ਅਗਲੇ ਦਿਨ ਮੈਂ ਸੋਚਿਆ ਕਿ ਮੈਂ ਛੁੱਟੀ ਕਰ ਲੈਂਦੀ ਹਾਂ, ਪਰ ਜਦ ਮੈਂ ਇਹ ਗੱਲ ਘਰ ਵਿੱਚ ਦੱਸੀ ਤਾਂ ਸਭ ਬਹੁਤ ਖੁਸ਼ ਹੋਏ, ਖਾਸ ਕਰਕੇ ਮੇਰੀ ਨੌਕਰਾਨੀ।
ਲక్ష్ਮੀ ਦੇ ਚਿਹਰੇ ਉੱਤੇ ਸੱਚੀ ਖੁਸ਼ੀ ਦੇ ਹਾਵ-ਭਾਵ ਨਜ਼ਰ ਆ ਰਹੇ ਸਨ। ਰਾਤ ਦਾ ਖਾਣਾ ਖਾ ਕੇ ਫ੍ਰੀ ਹੋਈ ਤਾਂ ਮੈਂ ਟਹਿਲਣ ਲੱਗੀ। ਬਾਹਰ ਦੇਖਿਆ ਤਾਂ ਲక్ష్ਮੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਅਤੇ ਉਹ ਕਿਸੇ ਨੂੰ ਦੱਸ ਰਹੀ ਸੀ ਕਿ ਮੈਡਮ ਜੀ ਅੱਜ ਘਰ ਹੀ ਹਨ। ਸ਼ੁਕਰ ਹੈ ਕਿ ਅੱਜ ਮੇਰੀ ਜਾਨ ਛੁੱਟ ਗਈ, ਵਰਨਾ ਉਸਦੇ ਹਿੱਸੇ ਦੀ ਸਜ਼ਾ ਭੁਗਤਦੇ ਭੁਗਤਦੇ ਸ਼ਾਇਦ ਮੇਰਾ ਦਮ ਹੀ ਨਿਕਲ ਜਾਂਦਾ। ਜਦੋਂ ਮੈਂ ਉਸਦੇ ਨੇੜੇ ਗਈ ਤਾਂ ਉਸਨੇ ਜਲਦੀ ਨਾਲ ਘਬਰਾ ਕੇ ਫੋਨ ਬੰਦ ਕਰ ਦਿੱਤਾ। ਮੈਂ ਉਸ ਤੋਂ ਪੁੱਛਿਆ ਕਿ ਕਿਸ ਨਾਲ ਗੱਲ ਕਰ ਰਹੀ ਸੀ ਤਾਂ ਕਹਿਣ ਲੱਗੀ ਕਿ ਕਿਸੇ ਨਾਲ ਵੀ ਨਹੀਂ, ਅੰਮਾ ਨਾਲ ਆਪਣੇ ਬੱਚਿਆਂ ਦਾ ਬਸ ਹਾਲ ਚਾਲ ਪੁੱਛ ਰਹੀ ਸੀ। ਮੈਨੂੰ ਹੁਣ ਲక్ష్ਮੀ ਬਾਰੇ ਸ਼ੱਕ ਹੋ ਚੁੱਕਿਆ ਸੀ ਕਿ ਕੋਈ ਤਾਂ ਖਿਚੜੀ ਜ਼ਰੂਰ ਪੱਕ ਰਹੀ ਹੈ ਜਾਂ ਫਿਰ ਮੇਰੇ ਤੋਂ ਕੋਈ ਗੱਲ ਛੁਪਾਈ ਜਾ ਰਹੀ ਹੈ। ਕਿ ਇਸ ਤਰ੍ਹਾਂ ਤਾਂ ਨਹੀਂ ਉਹ ਕਿਸੇ ਗਲਤ ਕੰਮ ਵਿੱਚ ਪੈ ਗਈ ਹੈ। ਮੈਂ ਸੋਚਿਆ ਕਿ ਅੱਜ ਘਰ ਰਹਿ ਕੇ ਦੇਖ ਲੈਂਦੀ ਹਾਂ ਕਿ ਆਖਿਰ ਇੱਥੇ ਕੀ ਹੋ ਰਿਹਾ ਹੈ, ਪਰ ਮੈਨੂੰ ਤਾਂ ਕੁਝ ਵੀ ਇਸ ਤਰ੍ਹਾਂ ਦਾ ਗਲਤ ਮਹਿਸੂਸ ਨਹੀਂ ਹੋਇਆ। ਬੱਚੇ ਬੜੇ ਆਰਾਮ ਨਾਲ ਸੌਂ ਰਹੇ ਸਨ। ਮੇਰਾ ਪਤੀ ਮੇਰੀ ਛੁੱਟੀ ਦਾ ਸੁਣ ਕੇ ਬਹੁਤ ਖੁਸ਼ ਹੋਇਆ ਸੀ। ਕਹਿਣ ਲੱਗਿਆ ਕਿ ਕਿੰਨਾ ਸਮਾਂ ਹੋ ਗਿਆ ਹੈ, ਸਾਨੂੰ ਇਕੱਠੇ ਸਮਾਂ ਗੁਜ਼ਾਰਨ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਸੋਚਣ ਲੱਗੀ ਕਿ ਮੇਰਾ ਪਤੀ ਸੱਚੀ ਖੁਸ਼ ਹੈ ਜਾਂ ਖੁਸ਼ ਹੋਣ ਦਾ ਨਾਟਕ ਕਰ ਰਿਹਾ ਹੈ। ਮੈਂ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਮੇਰੇ ਘਰ ਤੋਂ ਜਾਣ ਦੇ ਬਾਅਦ ਉਸਦਾ ਅਤੇ ਮੇਰੀ ਨੌਕਰਾਨੀ ਦਾ ਕੋਈ ਚੱਕਰ ਚੱਲਦਾ ਹੋਵੇ। ਸ਼ਾਇਦ ਨੌਕਰਾਨੀ ਇਸੇ ਲਈ ਕਹਿੰਦੀ ਹੋਵੇ ਕਿ ਤੁਸੀਂ ਘਰ ਵਿੱਚ ਹੀ ਰਿਹਾ ਕਰੋ। ਮੇਰੀ ਇੱਕ ਬੇਟੀ ਅਤੇ ਇੱਕ ਬੇਟਾ ਸੀ। ਬੇਟੀ ਕਾਲਜ ਵਿੱਚ ਪੜ੍ਹਦੀ ਸੀ, ਬੇਟਾ ਛੋਟਾ ਸੀ ਅਤੇ ਸਕੂਲ ਜਾਂਦਾ ਸੀ। ਇਸ ਘਰ ਵਿੱਚ ਅਸੀਂ 4 ਜਣੇ ਹੀ ਰਹਿੰਦੇ ਸੀ ਤੇ ਮੇਰਾ ਖਿਆਲ ਸੀ ਕਿ ਸਾਡੇ ਲਈ ਸਿਰਫ ਇੱਕ ਹੀ ਨੌਕਰਾਨੀ ਕਾਫੀ ਹੈ। ਇਸ ਲਈ ਮੈਂ ਕਦੇ ਲక్ష్ਮੀ ਦੇ ਇਲਾਵਾ ਕਿਸੇ ਹੋਰ ਨੂੰ ਰੱਖਣ ਬਾਰੇ ਸੋਚਿਆ ਨਹੀਂ ਸੀ। ਪਰ ਕੁਝ ਦਿਨਾਂ ਤੋਂ ਮੈਂ ਦੇਖ ਰਹੀ ਸੀ ਕਿ ਲక్ష్ਮੀ ਤੇ ਮੇਰੀ ਬੇਟੀ ਆਪਸ ਵਿੱਚ ਕੁਝ ਜ਼ਿਆਦਾ ਹੀ ਪਿਆਰ ਨਾਲ ਰਹਿਣ ਲੱਗੀਆਂ ਸਨ। ਮੇਰੀ ਬੇਟੀ ਹਰ ਵਕਤ ਲక్ష్ਮੀ ਦੇ ਆਸ-ਪਾਸ ਹੀ ਰਹਿੰਦੀ ਸੀ। ਕਦੇ ਉਸਦੀ ਕਮਰ ਵਿੱਚ ਬਾਹਾਂ ਪਾ ਕੇ ਖੜੀ ਹੁੰਦੀ ਸੀ, ਕਦੇ ਉਸਦੇ ਗਲੇ ਵਿੱਚ ਬਾਹਾਂ ਪਾ ਕੇ ਪਿਆਰ ਕਰ ਰਹੀ ਹੁੰਦੀ ਸੀ। ਮੈਨੂੰ ਇਹ ਦੇਖ ਕੇ ਬਹੁਤ ਅਜੀਬ ਲੱਗਦਾ ਸੀ। ਆਖਿਰ ਲక్ష్ਮੀ ਨਾਲ ਇੰਨਾ ਪਿਆਰ ਕਿਉਂ ਕਰਨ ਲੱਗ ਪਈ ਸੀ? ਮੈਂ ਇਹ ਵੀ ਦੇਖ ਰਹੀ ਸੀ ਕਿ ਮੇਰੀ ਬੇਟੀ ਤਾਂ ਲక్ష్ਮੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ ਸੀ, ਉਹਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਲక్ష్ਮੀ ਉਸ ਤੋਂ ਦੂਰ ਭੱਜਦੀ ਸੀ। ਖੈਰ, ਉਸ ਦਿਨ ਮੈਂ ਪੂਰਾ ਦਿਨ ਘਰ ਰਹਿ ਕੇ ਦੇਖ ਲਿਆ ਸੀ। ਮੈਂ ਹਸਪਤਾਲ ਵੀ ਨਹੀਂ ਗਈ ਸੀ ਅਤੇ ਕਲੀਨਿਕ ਵਿੱਚ ਵੀ ਨਹੀਂ ਬੈਠੀ ਸੀ। ਮੈਨੂੰ ਸਭ ਕੁਝ ਨਾਰਮਲ ਦਿਖਾਈ ਦੇ ਰਿਹਾ ਸੀ, ਸਿਵਾਏ ਇਸ ਦੇ ਕਿ ਮੇਰੀ ਬੇਟੀ ਲక్ష్ਮੀ ਦੇ ਕੁਝ ਜ਼ਿਆਦਾ ਹੀ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਕਿ ਹੋ ਸਕਦਾ ਹੈ ਕਿ ਮੈਂ ਤਾਂ ਘਰ ਵਿੱਚ ਰਹਿੰਦੀ ਨਹੀਂ, ਸਿਰਫ ਲక్ష్ਮੀ ਹੀ ਘਰ ਵਿੱਚ ਰਹਿੰਦੀ ਹੈ, ਤਾਂ ਹੋ ਸਕਦਾ ਹੈ ਕਿ ਉਸ ਦਾ ਦਿਲ ਲక్ష్ਮੀ ਨਾਲ ਲੱਗ ਗਿਆ ਹੋਵੇਗਾ। ਮੈਂ ਘਰ ਵਿੱਚ ਰਹਿ ਕੇ ਦੇਖ ਲਿਆ ਸੀ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਸੀ। ਮੈਂ ਸੋਚਿਆ ਪਤਾ ਨਹੀਂ ਲక్ష్ਮੀ ਦੇ ਡਰਾਮੇ ਕਦੋਂ ਖਤਮ ਹੋਣਗੇ। ਅਗਲੇ ਦਿਨ ਦੁਬਾਰਾ ਆਪਣੀ ਰੂਟੀਨ ਨਾਈਟ ਡਿਊਟੀ ਸਟਾਰਟ ਕਰ ਲਈ ਸੀ। ਉਸਦੇ 2 ਦਿਨ ਬਾਅਦ ਦੀ ਗੱਲ ਹੈ। ਮੈਂ ਸਵੇਰੇ ਜਲਦੀ ਉੱਠ ਗਈ ਕਿਉਂਕਿ ਸ਼ਾਮ ਨੂੰ ਮੈਂ ਆਪਣੀ ਇੱਕ ਦੋਸਤ ਦੀ ਬਰਥਡੇ ਪਾਰਟੀ ਤੇ ਜਾਣਾ ਸੀ, ਤਾਂ ਮੈਂ ਸੋਚਿਆ ਕਿ ਉਸ ਲਈ ਕੋਈ ਗਿਫਟ ਲਿਆਵਾਂ। ਮੈਂ ਇਹੀ ਸੋਚ ਕੇ ਬਾਜ਼ਾਰ ਚਲੀ ਗਈ। ਬਾਜ਼ਾਰ ਵਿੱਚ ਇੱਕ ਥਾਂ ਤੇ ਸਾਹਮਣੇ ਦਾ ਮੰਜ਼ਰ ਦੇਖ ਕੇ ਇੱਕਦਮ ਪੱਥਰ ਬਣ ਗਈ ਸੀ, ਕਿਉਂਕਿ ਮੇਰਾ ਪਤੀ ਇੱਕ ਹਸਪਤਾਲ ਦੇ ਅੰਦਰ ਜਾ ਰਿਹਾ ਸੀ। ਭਲਾ ਉਸ ਨੂੰ ਹਸਪਤਾਲ ਜਾਣ ਦੀ ਕੀ ਜ਼ਰੂਰਤ ਸੀ? ਉਹ ਤਾਂ ਇੱਕਦਮ ਚੰਗਾ ਭਲਾ ਸੀ। ਮੈਂ ਵੀ ਉਸਦੇ ਪਿੱਛੇ ਪਿੱਛੇ ਅੰਦਰ ਚਲੀ ਗਈ। ਮੈਂ ਦੇਖਿਆ ਕੋਈ ਇੱਕ ਕਮਰੇ ਅੰਦਰ ਚਲਾ ਗਿਆ ਹੈ। ਮੈਂ ਖਿੜਕੀ ਵਿੱਚੋਂ ਅੰਦਰ ਝਾਕ ਕੇ ਦੇਖਿਆ ਤਾਂ ਉਹ ਇੱਕ ਔਰਤ ਨੂੰ ਕੁਝ ਪੈਸੇ ਦੇ ਰਿਹਾ ਸੀ ਅਤੇ ਔਰਤ ਨੂੰ ਮੈਂ ਪਹਿਚਾਣ ਨਹੀਂ ਪਾ ਰਹੀ ਸੀ, ਕਿਉਂਕਿ ਉਸ ਔਰਤ ਦੀ ਮੇਰੇ ਵੱਲ ਪਿੱਠ ਸੀ। ਉਸ ਔਰਤ ਨੂੰ ਪੈਸੇ ਦੇਣ ਤੋਂ ਬਾਅਦ ਅਤੇ ਉਸ ਨਾਲ ਹੱਥ ਮਿਲਾ ਕੇ ਮੇਰਾ ਪਤੀ ਜਲਦੀ ਨਾਲ ਬਾਹਰ ਚਲਾ ਗਿਆ। ਉਸੇ ਬਾਅਦ ਉਸ ਔਰਤ ਨੇ ਕਿਸੇ ਨੂੰ ਫੋਨ ਕਰ ਦਿੱਤਾ। ਥੋੜੀ ਦੇਰ ਬਾਅਦ ਜੋ ਔਰਤ ਉੱਥੇ ਆਈ, ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਟੱਡੀਆਂ ਗਈਆਂ। ਉਹ ਔਰਤ ਕੋਈ ਹੋਰ ਨਹੀਂ ਸੀ ਬਲਕਿ ਲక్ష్ਮੀ ਸੀ। ਉਸ ਔਰਤ ਨੇ ਲక్ష్ਮੀ ਨੂੰ ਕੁਝ ਪੈਸੇ ਦਿੱਤੇ। ਲక్ష్ਮੀ ਨੇ ਉਸ ਦਾ ਧੰਨਵਾਦ ਕੀਤਾ। ਉਹ ਉੱਥੋਂ ਚਲੀ ਗਈ। ਆਖਿਰ ਇਹ ਸਭ ਕੀ ਹੋ ਰਿਹਾ ਸੀ? ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੇਰੇ ਪਤੀ ਨੇ ਪਹਿਲਾਂ ਉਸ ਔਰਤ ਨੂੰ ਰੁਪਏ ਦਿੱਤੇ ਅਤੇ ਫਿਰ ਉਸ ਔਰਤ ਨੇ ਮੇਰੇ ਪਤੀ ਦੇ ਦਿੱਤੇ ਹੋਏ ਰੁਪਈਆਂ ਵਿੱਚੋਂ ਕੁਝ ਰੁਪਏ ਲక్ష్ਮੀ ਨੂੰ ਦੇ ਦਿੱਤੇ ਸਨ। ਆਖਿਰ ਇਹ ਸਭ ਕੀ ਚੱਕਰ ਸੀ? ਅਤੇ ਜਦ ਉਸ ਔਰਤ ਨੇ ਮੇਰੇ ਵੱਲ ਚਿਹਰਾ ਘੁਮਾਇਆ ਤਾਂ ਮੈਂ ਦੰਗ ਰਹਿ ਗਈ ਸੀ। ਮੈਂ ਉਸ ਔਰਤ ਨੂੰ ਕਿਵੇਂ ਭੁੱਲ ਸਕਦੀ ਸੀ? ਐਨੇ ਦਿਨ ਗੁਜ਼ਰ ਜਾਣ ਦੇ ਬਾਵਜੂਦ ਉਸ ਦਾ ਚਿਹਰਾ ਮੇਰੇ ਦਿਮਾਗ ਵਿੱਚ ਫਿੱਟ ਹੋ ਗਿਆ ਸੀ। ਇਹ ਤਾਂ ਉਹੀ ਔਰਤ ਸੀ ਜਿਸ ਨੇ ਉਸ ਦਿਨ ਮੇਰੀ ਤਸਵੀਰ ਲਈ ਸੀ ਅਤੇ ਭੱਜ ਗਈ ਸੀ। ਉਸ ਦਾ ਮੇਰੇ ਪਤੀ ਨਾਲ ਆਖਿਰ ਕੀ ਸੰਬੰਧ ਹੈ? ਮੈਂ ਸੋਚਿਆ ਕਿ ਮੈਂ ਹੁਣੇ ਜਾ ਕੇ ਉਸ ਤੋਂ ਪੁੱਛ ਲੈਂਦੀ ਹਾਂ।
ਪਰ ਇਸ ਤੋਂ ਪਹਿਲਾਂ ਹੀ ਉਸ ਔਰਤ ਕੋਲ ਕੋਈ ਹੋਰ ਆਦਮੀ ਆਇਆ। ਉਹ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹੋਏ ਉੱਥੋਂ ਚਲੇ ਗਏ। ਇਹ ਸਭ ਦੇਖ ਕੇ ਹੁਣ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ, ਜ਼ਰੂਰ ਮੇਰੇ ਖਿਲਾਫ ਕੋਈ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਇਸ ਵਿੱਚ ਮੇਰੇ ਪਤੀ ਤੇ ਮੇਰੀ ਨੌਕਰਾਨੀ ਲక్ష్ਮੀ ਵੀ ਸ਼ਾਮਲ ਹੈ। ਮੈਂ ਫੈਸਲਾ ਕਰ ਲਿਆ ਸੀ, ਅੱਜ ਮੈਂ ਇਹਨਾਂ ਦੋਨਾਂ ਨੂੰ ਰੰਗੇ ਹੱਥੀਂ ਫੜ ਕੇ ਹੀ ਰਹਾਂਗੀ। ਰਾਤ ਨੂੰ ਜਦੋਂ ਮੈਂ ਨਾਈਟ ਡਿਊਟੀ ਤੇ ਜਾਣ ਲੱਗੀ ਤਾਂ ਉਸ ਵਕਤ ਮੇਰੇ ਪਤੀ ਵੀ ਘਰ ਆ ਚੁੱਕੇ ਸਨ ਅਤੇ ਮੈਨੂੰ ਕਹਿਣ ਲੱਗੇ ਕਿ ਮੈਂ ਵੀ ਤੇਰੇ ਨਾਲ ਹੀ ਚੱਲਦਾ ਹਾਂ, ਮੈਨੂੰ ਇੱਕ ਜ਼ਰੂਰੀ ਕੰਮ ਹੈ, ਸ਼ਹਿਰ ਤੋਂ ਬਾਹਰ ਜਾਣਾ ਹੈ। ਮੈਂ ਪਰੇਸ਼ਾਨ ਹੋ ਗਈ। ਜੇਕਰ ਇਹ ਘਰ ਤੋਂ ਬਾਹਰ ਰਹੇਗਾ ਤਾਂ ਫਿਰ ਮੈਂ ਇਹਨਾਂ ਨੂੰ ਰੰਗੇ ਹੱਥੀਂ ਕਿਵੇਂ ਫੜਾਂਗੀ? ਪਰ ਫਿਰ ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਫਿਰ ਕਿਸੇ ਦਿਨ, ਅਤੇ ਮੈਂ ਹਕੀਕਤ ਮਾਲੂਮ ਕਰਕੇ ਹੀ ਰਹਾਂਗੀ। ਹਸਪਤਾਲ ਵਿੱਚ ਮੈਂ ਆਪਣੇ ਖਿਆਲਾਂ ਵਿੱਚ ਹੀ ਗੁਆਚੀ ਹੋਈ ਸੀ। ਸੋਚ ਕੇ ਮੇਰਾ ਦਿਮਾਗ ਫਟਣ ਲੱਗ ਪਿਆ ਸੀ। ਮੇਰੇ ਸਿਰ ਵਿੱਚ ਤੇਜ਼ ਦਰਦ ਹੋਣ ਲੱਗਿਆ। ਸਰਜਨ ਡਾਕਟਰ ਰਾਉਂਡ ਉੱਤੇ ਆਈ ਤਾਂ ਮੇਰੀ ਹਾਲਤ ਦੇਖ ਕੇ ਕਹਿਣ ਲੱਗੀ ਕਿ ਮੇਰਾ ਖਿਆਲ ਹੈ ਕਿ ਤੁਹਾਨੂੰ ਅੱਜ ਡਿਊਟੀ ਨਹੀਂ ਦੇਣੀ ਚਾਹੀਦੀ, ਤੁਹਾਨੂੰ ਆਪਣੇ ਘਰ ਜਾਣਾ ਚਾਹੀਦਾ ਹੈ। ਮੈਨੂੰ ਵੀ ਲੱਗ ਰਿਹਾ ਸੀ ਕਿ ਮੈਂ ਹੁਣ ਹਸਪਤਾਲ ਵਿੱਚ ਨਹੀਂ ਰਹਿ ਸਕਦੀ ਸੀ, ਨਹੀਂ ਤਾਂ ਮੇਰੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਸੀ। ਮੈਂ ਆਪਣੀ ਜਗ੍ਹਾ ਕਿਸੇ ਹੋਰ ਦੀ ਡਿਊਟੀ ਲਾ ਦਿੱਤੀ ਅਤੇ ਕਿਸੇ ਨੂੰ ਦੱਸੇ ਬਗੈਰ ਹੀ ਮੈਂ ਆਪਣੇ ਘਰ ਚਲੀ ਆਈ। ਇਸ ਤਰ੍ਹਾਂ ਅਚਾਨਕ ਰਾਤ ਦੇ ਸਮੇਂ ਮੈਂ ਪਹਿਲੀ ਵਾਰ ਘਰ ਆਈ ਸੀ। ਦਰਵਾਜ਼ਾ ਬੰਦ ਸੀ। ਮੈਂ ਸੋਚਿਆ ਕਿ ਘਰਦਿਆਂ ਨੂੰ ਜਗਾਉਣਾ ਚੰਗਾ ਨਹੀਂ ਹੋਵੇਗਾ। ਮੈਂ ਖੁਦ ਹੀ ਆਪਣੀ ਚਾਬੀ ਨਾਲ ਦਰਵਾਜ਼ਾ ਖੋਲ੍ਹ ਲਿਆ। ਅੰਦਰ ਜਾਂਦੇ ਹੀ ਮੈਨੂੰ ਅੰਦਾਜ਼ਾ ਹੋ ਗਿਆ ਕਿ ਸ਼ਾਇਦ ਮੇਰੇ ਪਤੀ ਹਾਲੇ ਤੱਕ ਘਰ ਵਾਪਸ ਨਹੀਂ ਆਏ, ਕਿਉਂਕਿ ਉਹਨਾਂ ਦੀ ਗੱਡੀ ਉੱਥੇ ਨਹੀਂ ਸੀ। ਮੈਂ ਚੁੱਪਚਾਪ ਆਪਣੇ ਕਮਰੇ ਵੱਲ ਜਾਣ ਲੱਗੀ ਕਿ ਅਚਾਨਕ ਮੈਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਉੱਤੋਂ ਆ ਰਹੀ ਸੀ। ਮੈਂ ਭੱਜਦੇ ਹੋਏ ਉੱਪਰ ਗਈ ਤਾਂ ਚੀਕਾਂ ਦੀ ਆਵਾਜ਼ ਮੇਰੀ ਬੇਟੀ ਦੇ ਕਮਰੇ 'ਚੋਂ ਆ ਰਹੀ ਸੀ। ਮੈਂ ਅੱਗੇ ਵਧ ਕੇ ਦਰਵਾਜ਼ਾ ਖੋਲ੍ਹਣ ਲੱਗੀ ਤੇ ਇੱਕਦਮ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੀਆਂ ਖੁਦ ਦੀਆਂ ਚੀਕਾਂ ਨਿਕਲ ਗਈਆਂ, ਕਿਉਂਕਿ ਉਹ ਮੰਜ਼ਰ ਹੀ ਇਸ ਤਰ੍ਹਾਂ ਦਾ ਸੀ ਜਿਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਦੇਖਿਆ ਕਿ ਮੇਰੀ ਬੇਟੀ ਮੇਰੀ ਨੌਕਰਾਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੀ ਸੀ ਅਤੇ ਉਹ ਚੀਕਾਂ ਦੀ ਆਵਾਜ਼ ਮੇਰੀ ਨੌਕਰਾਨੀ ਲక్ష్ਮੀ ਦੀਆਂ ਹੀ ਸਨ। ਮੈਂ ਜਲਦੀ ਨਾਲ ਅੱਗੇ ਵਧ ਕੇ ਉਸ ਨੂੰ ਹਟਾਇਆ। ਲక్ష్ਮੀ ਜਲਦੀ ਨਾਲ ਮੈਨੂੰ ਦੇਖ ਕੇ ਮੇਰੇ ਕੋਲ ਆ ਗਈ ਅਤੇ ਮੇਰੇ ਪਿੱਛੇ ਲੁਕ ਗਈ ਤੇ ਕਹਿਣ ਲੱਗੀ, ਮੈਂ ਇਸ ਲਈ ਤੁਹਾਨੂੰ ਕਹਿੰਦੀ ਸੀ ਕਿ ਤੁਸੀਂ ਨਾਈਟ ਸ਼ਿਫਟ ਨਾ ਕਰਿਆ ਕਰੋ, ਕਿਉਂਕਿ ਤੁਹਾਡੇ ਜਾਣ ਤੋਂ ਬਾਅਦ ਮੇਰੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਅਤੇ ਉਹ ਅੱਜ ਤੋਂ ਨਹੀਂ ਬਲਕਿ ਕਈ ਮਹੀਨਿਆਂ ਤੋਂ ਹੋ ਰਿਹਾ ਹੈ। ਮੈਂ ਆਪਣੀ ਬੇਟੀ ਨੂੰ ਗੁੱਸੇ ਵਿੱਚ ਦੇਖਦੇ ਹੋਏ ਪੁੱਛਿਆ ਕਿ ਤੂੰ ਲక్ష్ਮੀ ਨੂੰ ਕਿਉਂ ਮਾਰ ਰਹੀ ਹੈ? ਆਖਿਰ ਉਸਨੇ ਇਸ ਤਰ੍ਹਾਂ ਦਾ ਕੀ ਕੀਤਾ ਹੈ ਜੋ ਤੂੰ ਉਸ ਨੂੰ ਇੰਨੇ ਬੁਰੀ ਤਰੀਕੇ ਨਾਲ ਮਾਰ ਰਹੀ ਹੈ? ਮੇਰੀ ਬੇਟੀ ਨੇ ਅੱਗੇ ਹੋ ਕੇ ਮੈਨੂੰ ਵੀ ਇੱਕ ਜ਼ੋਰ ਦਾ ਧੱਕਾ ਦਿੱਤਾ ਤੇ ਕਹਿਣ ਲੱਗੀ, ਤੁਸੀਂ ਸਾਡੇ ਮਾਂ ਬੇਟੀ ਦੇ ਵਿੱਚ ਨਾ ਬੋਲੋ, ਤੁਸੀਂ ਜੋ ਵੀ ਹੋ ਇੱਥੋਂ ਚਲੇ ਜਾਓ। ਉਸ ਦੀ ਹਾਲਤ ਅਜੀਬ ਜਿਹੀ ਹੋ ਰਹੀ ਸੀ। ਮੈਂ ਫਟੀਆਂ ਅੱਖਾਂ ਨਾਲ ਆਪਣੀ ਬੇਟੀ ਨੂੰ ਦੇਖ ਰਹੀ ਸੀ। ਉਹ ਇਹ ਕੀ ਬਕ ਰਹੀ ਸੀ। ਮੈਂ ਕਿਹਾ ਕਿ ਇਹ ਤੂੰ ਕੀ ਕਹਿ ਰਹੀ ਹੈ? ਮੈਂ ਤੇਰੀ ਮਾਂ ਹਾਂ। ਉਹ ਕਹਿਣ ਲੱਗੀ ਕਿ ਤੁਸੀਂ ਮੇਰੀ ਮਾਂ ਨਹੀਂ ਹੋ। ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਹੋਸ਼ ਹਵਾਸ ਵਿੱਚ ਨਹੀਂ ਸੀ। ਦੂਸਰੇ ਪਾਸੇ ਲక్ష్ਮੀ ਵੀ ਬਹੁਤ ਬੁਰੀ ਤਰ੍ਹਾਂ ਨਾਲ ਡਰੀ ਹੋਈ ਸੀ। ਮੇਰੀ ਬੇਟੀ ਗੁੱਸੇ ਵਿੱਚ ਕਮਰੇ ਦਾ ਸਮਾਨ ਇੱਧਰ ਉੱਧਰ ਸੁੱਟਣ ਲੱਗ ਪਈ। ਮੈਨੂੰ ਲੱਗਿਆ ਕਿ ਕਿਤੇ ਉਹ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਲਵੇ। ਮੈਂ ਜਲਦੀ ਨਾਲ ਆਪਣੇ ਹੈਂਡਬੈਗ ਵਿੱਚੋਂ ਨੀਂਦ ਦਾ ਇੰਜੈਕਸ਼ਨ ਕੱਢਿਆ ਅਤੇ ਆਪਣੀ ਬੇਟੀ ਨੂੰ ਲਾ ਦਿੱਤਾ। ਉਹ ਹੁਣ ਸਕੂਨ ਨਾਲ ਬੈੱਡ ਤੇ ਸੌਂ ਗਈ ਸੀ। ਇਹ ਸਭ ਦੇਖ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਲక్ష్ਮੀ ਅਲੱਗ ਡਰੀ ਹੋਈ ਖੜੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ। ਮੈਂ ਲక్ష్ਮੀ ਤੋਂ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਹੈ ਅਤੇ ਕਦੋਂ ਤੋਂ ਹੋ ਰਿਹਾ ਹੈ ਅਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਉਹ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਸਭ ਕੁਝ ਦੱਸਦੀ ਹਾਂ। ਮੈਂ ਆਪਣੀ ਬੇਟੀ ਨੂੰ ਦੇਖ ਕੇ ਪਰੇਸ਼ਾਨ ਹੋ ਰਹੀ ਸੀ। ਆਖਿਰ ਉਸਨੂੰ ਕੀ ਹੋ ਗਿਆ ਹੈ? ਉਹ ਮੈਨੂੰ ਪਹਿਚਾਨਣ ਤੋਂ ਇਨਕਾਰ ਕਿਉਂ ਕਰ ਰਹੀ ਹੈ? ਲక్ష్ਮੀ ਕਮਰੇ ਤੋਂ ਨਿਕਲ ਕੇ ਥੱਲੇ ਚਲੀ ਗਈ। ਉਹ ਇਸ ਤਰ੍ਹਾਂ ਭੱਜ ਕੇ ਗਈ ਸੀ ਜਿਵੇਂ ਇੱਕ ਮਿੰਟ ਵੀ ਉੱਥੇ ਰੁਕਣਾ ਨਾ ਚਾਹੁੰਦੀ ਹੋਵੇ। ਮੈਂ ਵੀ ਪਰੇਸ਼ਾਨ ਹੁੰਦੀ ਹੋਈ ਥੱਲੇ ਆ ਗਈ ਸੀ। ਉਹ ਕਹਿਣ ਲੱਗੀ ਕਿ ਸਭ ਕੁਝ ਜੋ ਵੀ ਹੋ ਰਿਹਾ ਹੈ ਉਹ ਸਭ ਤੁਹਾਡੀ ਵਜ੍ਹਾ ਨਾਲ ਹੀ ਹੋ ਰਿਹਾ ਹੈ। ਮੈਂ ਕਿੰਨੀ ਵਾਰ ਤੁਹਾਨੂੰ ਕਿਹਾ ਸੀ ਕਿ ਨਾਈਟ ਸ਼ਿਫਟ ਨਾ ਕਰਿਆ ਕਰੋ, ਤੁਸੀਂ ਰਾਤ ਨੂੰ ਘਰ ਵਿੱਚ ਹੀ ਰਿਹਾ ਕਰੋ, ਪਰ ਤੁਸੀਂ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸੀ। ਤੁਸੀਂ ਯਾਦ ਕਰੋ ਕਿ ਤੁਸੀਂ ਆਖਰੀ ਵਾਰ ਕਦੋਂ ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਪਿਆਰ ਕੀਤਾ ਹੈ ਜਾਂ ਉਹਨਾਂ ਦੇ ਦਿਲ ਦੀ ਕੋਈ ਗੱਲ ਸੁਣੀ ਹੈ। ਉਸਦੀ ਗੱਲ ਸੁਣ ਕੇ ਇੱਕ ਪਲ ਲਈ ਮੈਂ ਚੁੱਪ ਹੋ ਗਈ, ਕਿਉਂਕਿ ਉਹ ਸੱਚ ਕਹਿ ਰਹੀ ਸੀ। ਮੇਰਾ ਬਚਪਨ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਸੀ। ਮੇਰੇ ਪਤੀ ਬਹੁਤ ਚੰਗੇ ਸਨ ਅਤੇ ਮੇਰੇ ਇਸ ਸ਼ੌਂਕ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਮੇਰੇ ਪਤੀ ਨੇ ਵਿਆਹ ਤੋਂ ਬਾਅਦ ਵੀ
ਮੈਨੂੰ ਪੜ੍ਹਨ ਤੋਂ ਨਹੀਂ ਰੋਕਿਆ ਸੀ। ਸਾਡੇ ਵਿਆਹ ਤੋਂ ਬਾਅਦ ਜਲਦੀ ਹੀ ਸਾਡੇ ਬੱਚੇ ਹੋ ਗਏ ਸਨ। ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਆਪਣੇ ਬੱਚਿਆਂ ਨੂੰ ਪੂਰਾ ਟਾਈਮ ਦੇਵਾਂ, ਪਰ ਇੱਕ ਡਾਕਟਰ ਹੋਣ ਦੇ ਨਾਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਹਨ। ਹਾਲਾਂਕਿ ਮੈਂ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਸਕਦੀ ਸੀ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਸੀ। ਲక్ష్ਮੀ ਕਹਿਣ ਲੱਗੀ ਕਿ ਤੁਹਾਡੇ ਵਿਵਹਾਰ ਕਾਰਨ ਹੌਲੀ-ਹੌਲੀ ਤੁਹਾਡੀ ਬੇਟੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਮਾਤਾ ਪਿਤਾ ਦਾ ਪੂਰਾ ਪਿਆਰ ਨਾ ਮਿਲਣ ਕਾਰਨ ਉਹ ਆਪਣੇ ਅੰਦਰ ਦਾ ਫਰਸਟ੍ਰੇਸ਼ਨ ਅਤੇ ਗੁੱਸਾ ਮੈਨੂੰ ਮਾਰ ਕੁੱਟ ਕੇ ਕੱਢਦੀ ਸੀ। ਇਸ ਲਈ ਉਹ ਮੈਨੂੰ ਆਪਣੀ ਮਾਂ ਸਮਝਦੇ ਹੋਏ ਮੇਰੇ ਤੇ ਆਪਣਾ ਗੁੱਸਾ ਕੱਢਦੀ ਹੈ, ਅਤੇ ਉਹ ਜਦੋਂ ਸਵੇਰ ਹੁੰਦੀ ਸੀ ਤਾਂ ਉਹ ਮੇਰੇ ਤੋਂ ਨਾ ਸਿਰਫ ਮਾਫੀ ਮੰਗਦੀ ਹੈ, ਬਲਕਿ ਮੈਨੂੰ ਬਹੁਤ ਸਾਰੇ ਪੈਸੇ ਵੀ ਦਿੰਦੀ ਹੈ ਤਾਂ ਕਿ ਮੈਂ ਤੁਹਾਨੂੰ ਕੁਝ ਵੀ ਨਾ ਦੱਸਾਂ। ਮੈਡਮ ਜੀ, ਮੈਂ ਗਰੀਬ ਹਾਂ। ਆਪਣੇ ਬੱਚਿਆਂ ਦਾ ਅਤੇ ਬੁੱਢੇ ਮਾਂ-ਬਾਪ ਦਾ ਪੇਟ ਮੈਂ ਇਕੱਲੀ ਪਾਲਦੀ ਹਾਂ। ਰਾਤ ਨੂੰ ਜੋ ਮਾਰ-ਕੁੱਟ ਅਤੇ ਤਕਲੀਫ ਮੈਂ ਸਹਿੰਦੀ ਹਾਂ ਤੇ ਤੁਹਾਡੀ ਬੇਟੀ ਮੈਨੂੰ ਸਵੇਰੇ ਪੈਸੇ ਦਿੰਦੀ ਹੈ ਤਾਂ ਮੈਂ ਸਭ ਭੁੱਲ ਜਾਂਦੀ ਹਾਂ ਕਿ ਰਾਤ ਨੂੰ ਮੈਂ ਕੀ ਤਕਲੀਫ ਸਹੀ ਹੈ। ਇੱਕ ਵਾਰ ਜਦ ਤੁਹਾਡੀ ਬੇਟੀ ਮੇਰੇ ਤੋਂ ਮਾਫੀ ਮੰਗ ਰਹੀ ਸੀ ਅਤੇ ਮੈਨੂੰ ਪੈਸੇ ਦੇਣ ਲੱਗੀ ਤਾਂ ਮੈਂ ਉਸਨੂੰ ਕਿਹਾ ਕਿ ਤੂੰ ਮੇਰੇ ਉੱਪਰ ਬਹੁਤ ਜ਼ੁਲਮ ਕਰਦੀ ਹੈ। ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ। ਮੈਂ ਤੇਰੀ ਮਾਂ ਨੂੰ ਸਾਰੀਆਂ ਗੱਲਾਂ ਦੱਸ ਦੇਵਾਂਗੀ। ਤੂੰ ਪਾਗਲ ਹੋ ਗਈ ਹੈ। ਤੈਨੂੰ ਤੇਰੀ ਮੰਮੀ ਪਾਗਲਖਾਨੇ ਛੱਡ ਦੇਵੇਗੀ ਤਾਂ ਤੇਰੀ ਅਕਲ ਟਿਕਾਣੇ ਆਵੇਗੀ। ਪਾਗਲਖਾਨੇ ਦਾ ਨਾਂ ਸੁਣ ਕੇ ਉਹ ਡਰ ਗਈ ਤੇ ਉਸਨੇ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਤੂੰ ਮੇਰੀ ਮਾਂ ਨੂੰ ਕੁਝ ਵੀ ਦੱਸਿਆ ਤਾਂ ਮੈਂ ਤੇਰੀ ਜਾਨ ਲੈ ਲਵਾਂਗੀ। ਤੁਹਾਡੀ ਬੇਟੀ ਦਿਮਾਗੀ ਮਰੀਜ਼ ਹੈ। ਹੌਲੀ-ਹੌਲੀ ਉਸਨੂੰ ਪਾਗਲਪਨ ਦੇ ਦੌਰੇ ਵੀ ਪੈਣ ਲੱਗ ਪਏ ਹਨ। ਇਸ ਲਈ ਮੈਂ ਡਰ ਗਈ ਸੀ ਅਤੇ ਤੁਹਾਨੂੰ ਕੁਝ ਵੀ ਨਹੀਂ ਦੱਸ ਪਾ ਰਹੀ ਸੀ, ਪਰ ਤੁਹਾਨੂੰ ਇਹੀ ਕਹਿੰਦੀ ਸੀ ਕਿ ਤੁਸੀਂ ਘਰ ਵਿੱਚ ਰਿਹਾ ਕਰੋ। ਮੈਂ ਲక్ష్ਮੀ ਤੋਂ ਪੁੱਛਿਆ ਕਿ ਇਹ ਸਭ ਕੁਝ ਕਦੋਂ ਤੋਂ ਹੋ ਰਿਹਾ ਸੀ ਤਾਂ ਲక్ష్ਮੀ ਨੇ ਮੈਨੂੰ ਦੱਸਿਆ ਕਿ ਮੈਡਮ ਜੀ, ਇਹ ਪਿਛਲੇ 1 ਸਾਲ ਤੋਂ ਚੱਲ ਰਿਹਾ ਹੈ। ਲక్ష్ਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਹੁਣ ਸਮਝ ਆ ਗਿਆ ਸੀ ਕਿ ਲక్ష్ਮੀ ਕੀ ਕਹਿਣਾ ਚਾਹੁੰਦੀ ਸੀ ਕਿ ਮੈਡਮ ਜੀ, ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈਂਦੀ ਹੈ, ਕਿਉਂਕਿ ਮੇਰੀ ਬੇਟੀ ਦਾ ਸਾਰਾ ਗੁੱਸਾ ਮੇਰੇ ਲਈ ਹੁੰਦਾ ਸੀ ਜੋ ਮੇਰੀ ਬੇਟੀ ਲక్ష్ਮੀ ਤੇ ਕੱਢ ਦਿੰਦੀ ਸੀ। ਲక్ష్ਮੀ ਨਾਲ ਰੋਜ਼ ਰਾਤ ਇਸੇ ਤਰ੍ਹਾਂ ਹੀ ਹੁੰਦਾ ਹੋਵੇਗਾ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਬੱਚਿਆਂ ਨਾਲ ਇਹ ਸਭ ਕੁਝ ਚੱਲ ਰਿਹਾ ਹੋਵੇਗਾ। ਉਸ ਦਿਨ ਉਸ ਅਣਜਾਣ ਔਰਤ ਜਿਸ ਨੇ ਮੇਰੀ ਤਸਵੀਰ ਖਿੱਚੀ ਸੀ ਅਤੇ ਉਸ ਬਾਰੇ ਵੀ ਲక్ష్ਮੀ ਦੇ ਇਲਾਵਾ ਹੋਰ ਕੋਈ ਨਹੀਂ ਦੱਸ ਸਕਦਾ ਸੀ। ਮੈਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, ਮੈਡਮ ਜੀ, ਤੁਸੀਂ ਤਾਂ ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਤੁਹਾਡੀ ਬੇਟੀ ਦੀ ਜੋ ਵੀ ਹਾਲਤ ਸੀ ਉਹ ਤੁਹਾਡੇ ਪਤੀ ਨੂੰ ਦੱਸ ਦਿੱਤੀ ਸੀ। ਉਹਨਾਂ ਨੇ ਇੱਕ ਡਾਕਟਰ ਨਾਲ ਗੱਲ ਕੀਤੀ ਤੇ ਡਾਕਟਰ ਨੂੰ ਬੇਨਤੀ ਕੀਤੀ ਕਿ ਕਿਸੇ ਤਰ੍ਹਾਂ ਤੁਹਾਡੀ ਬੇਟੀ ਨੂੰ ਠੀਕ ਕਰ ਦੇਣ। ਤੁਹਾਡੇ ਪਤੀ ਨਹੀਂ ਚਾਹੁੰਦੇ ਸਨ ਕਿ ਤੁਹਾਨੂੰ ਇਸ ਸਾਰੇ ਮਾਮਲੇ ਬਾਰੇ ਪਤਾ ਚੱਲੇ ਅਤੇ ਤੁਸੀਂ ਗਿਲਟੀ ਫੀਲ ਕਰੋ। ਉਹ ਅਣਜਾਣ ਔਰਤ ਉਹੀ ਡਾਕਟਰ ਸੀ। ਤੁਹਾਡੇ ਪਤੀ ਨੇ ਉਸ ਡਾਕਟਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੇਰੀ ਪਤਨੀ ਨੂੰ ਇਸ ਬਾਰੇ ਕੁਝ ਨਹੀਂ ਪਤਾ ਚੱਲਣਾ ਚਾਹੀਦਾ। ਉਹ ਵੀ ਇੱਕ ਡਾਕਟਰ ਹੈ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਕਰਦੀ ਹੈ। ਤੁਹਾਡੇ ਪਤੀ ਚਾਹੁੰਦੇ ਸਨ ਕਿ ਤੁਹਾਡੀ ਬੇਟੀ ਜਲਦੀ ਠੀਕ ਹੋ ਜਾਵੇ। ਉਸ ਡਾਕਟਰ ਨੇ ਤੁਹਾਡੇ ਹਸਪਤਾਲ ਦਾ ਐਡਰੈਸ ਲਿਆ ਸੀ। ਉਸ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਮੇਰੀ ਮਾਲਕਨ ਦੀਆਂ ਕੁਝ ਤਸਵੀਰਾਂ ਲਈਆਂ ਹਨ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਸੀ ਕਿ ਤੁਸੀਂ ਮੇਰੀ ਮਾਲਕਨ ਦੀਆਂ ਤਸਵੀਰਾਂ ਕਿਸ ਲਈ ਲਈਆਂ ਹਨ ਤਾਂ ਉਹ ਡਾਕਟਰ ਕਹਿਣ ਲੱਗੀ ਕਿ ਮੈਂ ਤੇਰੀ ਮਾਲਕਨ ਨੂੰ ਸ਼ੱਕ ਵਿੱਚ ਪਾਉਣਾ ਚਾਹੁੰਦੀ ਹਾਂ। ਜਦੋਂ ਉਹ ਸ਼ੱਕ ਵਿੱਚ ਪੈ ਗਈ ਤਾਂ ਆਪਣੇ ਘਰ ਤੇ ਧਿਆਨ ਦੇਵੇਗੀ ਅਤੇ ਆਪਣੇ ਬੱਚਿਆਂ ਤੇ ਵੀ ਧਿਆਨ ਦੇਵੇਗੀ। ਉਸ ਨੂੰ ਲੱਗੇਗਾ ਕਿ ਘਰ ਵਿੱਚ ਜ਼ਰੂਰ ਕੁਝ ਨਾ ਕੁਝ ਖਿਚੜੀ ਪੱਕ ਰਹੀ ਹੈ ਅਤੇ ਉਹ ਆਪਣੇ ਘਰ ਤੇ ਧਿਆਨ ਦੇਣ ਲੱਗੇਗੀ। ਲక్ష్ਮੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਸਭ ਕੁਝ ਸਮਝ ਆ ਗਿਆ ਸੀ। ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਆਪਣੇ ਸ਼ੌਂਕ ਨੂੰ ਪੂਰਾ ਕਰਦੇ ਕਰਦੇ ਮੈਂ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਨੂੰ ਇਗਨੋਰ ਕਰ ਬੈਠੀ ਸੀ। ਮੇਰੇ 2 ਬੱਚੇ ਸਨ ਅਤੇ ਕਿਸ ਤਰ੍ਹਾਂ ਉਹ ਵੱਡੇ ਹੋ ਰਹੇ ਸਨ ਮੈਨੂੰ ਕੁਝ ਹੋਸ਼ ਹੀ ਨਹੀਂ ਸੀ। ਮੈਂ ਆਪਣੇ ਬੱਚਿਆਂ ਤੇ ਧਿਆਨ ਨਹੀਂ ਦੇ ਪਾ ਰਹੀ ਸੀ ਜਿਸ ਦੇ ਉਹ ਹੱਕਦਾਰ ਸਨ, ਪਰ ਮੈਂ ਨਹੀਂ ਜਾਣਦੀ ਸੀ ਕਿ ਉਸ ਦਾ ਇਹ ਨਤੀਜਾ ਨਿਕਲ ਸਕਦਾ ਹੈ। ਉਸ ਵਕਤ ਮੈਨੂੰ ਸਮਝ ਆ ਗਿਆ ਸੀ ਕਿ ਮਾਂ-ਬਾਪ ਨੂੰ ਆਪਣੇ ਕੈਰੀਅਰ ਦੇ ਪਿੱਛੇ ਇੰਨਾ ਵੀ ਪਾਗਲ ਨਹੀਂ ਹੋਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਹੀ ਭੁੱਲ ਜਾਣ। ਮੇਰੇ ਪਤੀ ਨੂੰ ਮੇਰੇ ਨਾਲ ਬਹੁਤ ਮੁਹੱਬਤ ਸੀ, ਇਸ ਲਈ ਉਹ ਨਹੀਂ ਚਾਹੁੰਦੇ ਸਨ ਕਿ ਮੈਂ ਪਛਤਾਵੇ ਦੀ ਅੱਗ ਵਿੱਚ ਝੁਲਸ ਜਾਵਾਂ। ਇਸ ਲਈ ਉਹ ਖੁਦ ਹੀ ਸਾਰੇ ਮਾਮਲੇ ਨੂੰ ਠੀਕ ਕਰਨਾ ਚਾਹੁੰਦੇ ਸਨ। ਪਰ ਹੁਣ ਮੈਂ ਸਮਝ ਗਈ ਸੀ ਕਿ ਇੱਕ ਡਾਕਟਰ ਦੇ ਇਲਾਵਾ ਮੈਨੂੰ ਆਪਣਾ ਦੂਜਾ ਕਿਰਦਾਰ ਵੀ ਨਿਭਾਉਣਾ ਹੋਵੇਗਾ। ਮੈਂ ਕੁਝ ਸਮੇਂ ਲਈ ਛੁੱਟੀ ਲੈ ਲਈ ਸੀ ਤਾਂ ਕਿ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਸਮਾਂ ਦੇ ਸਕਾਂ ਅਤੇ ਹੁਣ ਅਸੀਂ ਸਭ ਨੇ ਮਿਲ ਕੇ ਮੇਰੀ ਬੇਟੀ ਨੂੰ ਠੀਕ ਕਰ ਲਿਆ ਸੀ। ਉਸ ਤੋਂ ਬਾਅਦ ਮੈਂ ਆਪਣੀ ਡਿਊਟੀ ਦਿਨ ਦੇ ਸਮੇਂ ਲਗਵਾ ਲਈ ਸੀ। ਤੁਸੀਂ ਸੁਣੀ ਕਹਾਣੀ ਨੌਕਰਾਣੀ ਦਾ ਕਾਰਨਾਮਾ।
ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ, ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।